ਸਤਿ ਸ੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਤੁਸੀਂ ਦੇਖ ਰਹੇ ਹੋ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ ਖਬਰਾਂ ਦਾ ਪ੍ਰਾਈਮ ਟਾਈਮ ਲੈ ਕੇ। ਪ੍ਰਾਈਮ ਟਾਈਮ ਦੇ ਵਿੱਚ ਅਸੀਂ ਰੋਜ਼ਾਨਾ ਕੋਸ਼ਿਸ਼ ਕਰ ਰਹੇ ਹਾਂ ਕਿਸਾਨਾਂ ਦੇ ਮੁੱਦੇ ਉੱਤੇ ਗੱਲਬਾਤ ਕਰਨ ਦੀ ਤੇ ਉਹਨਾਂ ਦੇ ਮੁੱਦਿਆਂ ਉੱਤੇ ਇਸ ਸਮੇਂ ਸਰਕਾਰਾਂ ਤੇ ਕਿਸਾਨ ਜਥੇਬੰਦੀਆਂ ਕੀ ਚਰਚਾ ਕਰ ਰਹੀਆਂ ਨੇ ਉਸ ਦੇ ਉੱਤੇ ਤੁਹਾਨੂੰ ਹਰ ਅਪਡੇਟ ਪਹੁੰਚਾਉਣ ਦੀ। ਕਿਸਾਨਾਂ ਦੇ ਅੰਦੋਲਨ ਦੇ ਵਿਚਾਲੇ ਕਿਸਾਨਾਂ ਤੇ ਕੇਂਦਰ ਦੇ ਵਿਚਾਲੇ ਮੁੜ ਗੱਲਬਾਤ ਤੁਰਨ ਦਾ ਇੰਤਜ਼ਾਰ ਹੋ ਰਿਹਾ ਹੈ। ਇੰਤਜ਼ਾਰ ਸੁਪਰੀਮ ਕੋਰਟ ਦੇ ਵਿੱਚ ਅਗਲੀ ਸੁਣਵਾਈ ਦਾ ਵੀ ਹੈ, ਪਰ ਇਸ ਇੰਤਜ਼ਾਰ ਦੇ ਵਿਚਾਲੇ ਪ੍ਰਧਾਨ ਮੰਤਰੀ ਮੁੜ ਤੋਂ ਕਿਸਾਨਾਂ ਨੂੰ ਭਰੋਸਾ ਦੇ ਰਹੇ ਨੇ ਕਿ ਨਵੇਂ ਕਾਨੂੰਨ ਕਿਸਾਨਾਂ ਦੇ ਹੱਕ ਵਿੱਚ ਨੇ। ਮੱਧ ਪ੍ਰਦੇਸ਼ ਦੇ ਵਿੱਚ ਪੀਐਮ ਨੇ ਕਿਸਾਨਾਂ ਨੂੰ ਸੰਬੋਧਿਤ ਕੀਤਾ ਤਾਂ ਕਈ ਵੱਡੇ ਇਲਜ਼ਾਮ ਵਿਰੋਧੀਆਂ ਦੇ ਉੱਤੇ ਵੀ ਲਗਾਏ ਤੇ ਕਿਹਾ ਕਿ ਕਿਸਾਨਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲਗਾਤਾਰ ਬੀਜੇਪੀ ਦੇ ਆਗੂ ਕਹਿੰਦੇ ਆ ਰਹੇ ਨੇ। ਅੱਜ ਦੀ ਚਰਚਾ 'ਚ ਗੱਲ ਅਸੀਂ ਕਰਾਂਗੇ ਕਿ ਪ੍ਰਧਾਨ ਮੰਤਰੀ ਦੇ ਭਰੋਸੇ ਦੇ ਨਾਲ ਕਿ ਹੁਣ ਗੱਲ ਬਣੇਗੀ ਕਿ ਰੇੜਕਾ ਖਤਮ ਹੋ ਜਾਏਗਾ। ਪ੍ਰਧਾਨ ਮੰਤਰੀ ਨੇ ਦਾਅਵਾ ਤਾਂ ਇਹ ਵੀ ਕੀਤਾ ਹੈ ਕਿ ਖੇਤੀ ਸੁਧਾਰ ਬਿੱਲਾਂ ਤੇ ਵਿਆਪਕ ਚਰਚਾ ਵੀ ਹੋਈ ਹੈ। ਜੇਕਰ ਚਰਚਾ ਹੋਈ ਤਾਂ ਕਿਹੜੀ ਜਥੇਬੰਦੀ ਕਿਸ ਦੇ ਨਾਲ ਇਹ ਚਰਚਾ ਹੋਈ, ਕਿ ਵਿਰੋਧੀ ਪਾਰਟੀਆਂ ਦੇ ਨਾਲ ਚਰਚਾ ਹੋਈ, ਕਿ ਵਿਰੋਧੀ ਪਾਰਟੀਆਂ ਨੇ ਵੀ ਨਵੇਂ ਕਾਨੂੰਨਾਂ ਦੇ ਉੱਤੇ ਹਾਮੀ ਭਰੀ। ਇਹ ਵੀ ਇੱਕ ਵੱਡਾ ਸਵਾਲ ਹੈ ਜੋ ਸਭ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਹੁਣ ਦੇਸ਼ 'ਚ ਸਭ ਤੋਂ ਵੱਡੇ ਵੋਟ ਬੈਂਕ ਯਾਨੀ ਕਿਸਾਨਾਂ ਨੂੰ ਆਪਣੇ ਵੱਲ ਕਰਨ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਜਾ ਰਹੀ ਸਾਰੀਆਂ ਪਾਰਟੀਆਂ ਵੱਲੋਂ, ਕਿ ਸਿਆਸੀ ਬੰਦੂਕ ਚਲਾਉਣ ਦੇ ਲਈ ਕਿਸਾਨਾਂ ਦੇ ਮੋਢੇ ਤਾਂ ਇਸਤੇਮਾਲ ਨਹੀਂ ਕੀਤੇ ਜਾ ਰਹੇ। ਪ੍ਰਧਾਨ ਮੰਤਰੀ ਇਲਜ਼ਾਮ ਲਗਾ ਰਹੇ ਨੇ। ਖੈਰ ਸਾਰੇ ਮੁੱਦਿਆਂ ਉੱਤੇ ਗੱਲਬਾਤ ਕਰਾਂਗੇ, ਚਰਚਾ ਹੋਵੇਗੀ ਕਿ ਪ੍ਰਧਾਨ ਮੰਤਰੀ ਦਾ ਭਰੋਸਾ ਕਿ ਹੁਣ ਕੱਢੇਗਾ ਸਮਾਧਾਨ। ਤਾਂ ਸ਼ੁਰੂਆਤ ਇੱਕ ਰਿਪੋਰਟ ਦੇ ਨਾਲ ਕਰਨ ਜਾ ਰਹੇ ਹਾਂ। ਤੁਹਾਨੂੰ ਸੁਣਵਾਉਂਦੇ ਹਾਂ ਪ੍ਰਧਾਨ ਮੰਤਰੀ ਦੇ ਵੱਲੋਂ ਕੀ ਕੁਝ ਕਿਹਾ ਗਿਆ। ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਕਿਸੇ ਮੁੱਦੇ ਉੱਤੇ ਖਾਸ ਤੌਰ ਤੇ ਉਸ ਅੰਦੋਲਨ ਨੂੰ ਲੈ ਕੇ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨ ਤਾਂ ਬਹੁਤ ਅਹਿਮ ਹੋ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਬਹੁਤ ਸਾਰੀਆਂ ਅਹਿਮ ਗੱਲਾਂ ਦਾ ਜ਼ਿਕਰ ਕੀਤਾ, ਕਾਨੂੰਨਾਂ ਦਾ ਵੀ, ਵਿਰੋਧੀਆਂ ਦਾ ਵੀ ਤੇ ਕਿਸਾਨਾਂ ਨੂੰ ਵੀ ਸਿੱਧੇ ਤੌਰ ਤੇ ਸੰਬੋਧਿਤ ਕੀਤਾ। अंग्रेजी ਵਿੱਚ ਪੰਜਾਬੀ ਵਿੱਚ 6 महीने हो गए, कानून लागू हो गया। हिंदुस्तान के किसी कोने में कहीं पर भी एक भी मंडी बंद नहीं हुई। एमएसपी न बंद होगी न समाप्त होगी। ਇੱਕ ਵਾਰ ਮੁੜ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਹੈ ਕਿ ਨਾ ਤਾਂ ਐਮਐਸਪੀ ਖਤਮ ਹੋਵੇਗੀ ਅਤੇ ਨਾ ਹੀ ਮੰਡੀ ਸਿਸਟਮ। ਖੇਤੀ ਕਾਨੂੰਨਾਂ ਨੂੰ ਲੈ ਕੇ ਸਰਕਾਰ ਤੇ ਕਿਸਾਨਾਂ ਦੇ ਵਿਚਾਲੇ ਚੱਲ ਰਹੇ ਰੇੜਕੇ ਦੌਰਾਨ ਸਰਕਾਰ ਲਗਾਤਾਰ ਕਿਸਾਨਾਂ ਨੂੰ ਕਾਨੂੰਨਾਂ ਦੇ ਫਾਇਦੇ ਸਮਝਾਉਣ ਤੇ ਜ਼ੋਰ ਦੇ ਰਹੀ ਹੈ। ਮੱਧ ਪ੍ਰਦੇਸ਼ ਦੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਸਾਫ਼ ਸ਼ਬਦਾਂ ਦੇ ਵਿੱਚ ਕਿਹਾ ਕਿ ਨਵੇਂ ਕਾਨੂੰਨਾਂ ਦੇ ਨਾਲ ਕਿਸਾਨਾਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। 6 महीने हो गए, कानून लागू हो गया। हिंदुस्तान के किसी कोने में कहीं पर भी एक भी मंडी बंद नहीं हुई है। एमएसपी न बंद होगी न समाप्त होगी। ਕੰਟਰੈਕਟ ਫਾਰਮਿੰਗ ਨੂੰ ਲੈ ਕੇ ਵੀ ਕਿਸਾਨਾਂ ਦੇ ਵਿੱਚ ਕਈ ਤਰ੍ਹਾਂ ਦੇ ਸ਼ੰਕੇ ਨੇ। ਇਸ ਬਾਬਤ ਵੀ ਪ੍ਰਧਾਨ ਮੰਤਰੀ ਨੇ ਸਪਸ਼ਟ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਫਾਰਮਿੰਗ ਐਗਰੀਮੈਂਟ ਦੇ ਵਿੱਚ ਕਿਸਾਨਾਂ ਦਾ ਹਿੱਤ ਦੇਖਿਆ ਜਾਵੇਗਾ ਤੇ ਨਵੇਂ ਕਾਨੂੰਨਾਂ ਦੇ ਵਿੱਚ ਸਖਤੀ ਕਿਸਾਨਾਂ ਤੇ ਨਹੀਂ ਸਗੋਂ ਸਪਾਂਸਰ ਤੇ ਦਿਖਾਈ ਗਈ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਫਾਰਮਿੰਗ ਐਗਰੀਮੈਂਟ ਕੋਈ ਨਵਾਂ ਨਹੀਂ ਹੈ। देश में फार्मिंग एग्रीमेंट का कोई नई चीज नहीं है। क्या कोई नया कानून बनाकर हम अचानक फार्मिंग एग्रीमेंट को लागू कर रहे हैं? ਪੀਐਮ ਮੋਦੀ ਨੇ ਇਹ ਵੀ ਸਾਫ਼ ਕੀਤਾ ਕਿ ਇਹ ਕਾਨੂੰਨ ਇੱਕੋਦਮ ਨਹੀਂ ਲਿਆਂਦੇ ਗਏ। 20-22 ਸਾਲਾਂ ਤੋਂ ਇਹਨਾਂ ਕਾਨੂੰਨਾਂ ਤੇ ਸਮੇਂ ਦੀਆਂ ਸਰਕਾਰਾਂ ਤੇ ਕਿਸਾਨ ਜਥੇਬੰਦੀਆਂ ਚਰਚਾ ਕਰਦੀਆਂ ਰਹੀਆਂ ਨੇ। ये कानून रातों रात नहीं आए हैं। पिछले 20-22 साल से इस देश की हर सरकार ने, राज्यों की सरकार ने इस पर व्यापक चर्चा की है। ਖੇਤੀ ਕਾਨੂੰਨਾਂ ਨੂੰ ਲੈ ਕੇ ਰੌਲਾ ਪਾਉਣ ਵਾਲੇ ਵਿਰੋਧੀਆਂ ਤੇ ਵੀ ਪ੍ਰਧਾਨ ਮੰਤਰੀ ਨੇ ਤੰਜ ਕੱਸਿਆ। ਮੋਦੀ ਨੇ ਕਿਹਾ ਕਿ ਕੁਝ ਵਿਰੋਧੀ ਪਾਰਟੀਆਂ ਕਿਸਾਨਾਂ ਨੂੰ ਜ਼ਮੀਨ ਖੋ ਜਾਣ ਦਾ ਡਰ ਦੇ ਕੇ ਉਹਨਾਂ ਦੇ ਮੋਢੇ ਤੇ ਬੰਦੂਕ ਰੱਖ ਕੇ ਵਾਰ ਕਰ ਰਹੀਆਂ ਨੇ, ਜਦਕਿ ਇਹਨਾਂ ਲੋਕਾਂ ਨੇ ਹੀ ਕਿਸਾਨਾਂ ਨੂੰ ਬਰਬਾਦ ਕੀਤਾ ਹੈ। ਪਿਛਲੀ ਸਰਕਾਰ ਦੇ ਵੱਲੋਂ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦੱਬੇ ਜਾਣ ਦਾ ਵੀ ਪੀਐਮ ਨੇ ਜ਼ਿਕਰ ਕੀਤਾ। मुझे लगता है उनको पीड़ा इस बात से नहीं है कि कृषि कानूनों में सुधार क्यों हुआ।
उनको तकलीफ इस बात में है कि जो काम हम कहते थे लेकिन कर नहीं पाते थे, वो मोदी ने कैसे किया। ਚੋਣ ਮੈਨੀਫੈਸਟੋ ਤੇ ਕਰਜ਼ ਮਾਫੀ ਦੇ ਵਾਅਦੇ ਨੂੰ ਲੈ ਕੇ ਵੀ ਪ੍ਰਧਾਨ ਮੰਤਰੀ ਮੋਦੀ ਨੇ ਵਿਰੋਧੀਆਂ ਤੇ ਨਿਸ਼ਾਨੇ ਸਾਧੇ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਕਿਸਾਨਾਂ ਤੇ ਮੰਡੀ ਨੈਸ਼ਨਲ ਕੰਪਨੀਆਂ ਦੇ ਵਿਚਾਲੇ ਕਰਵਾਏ ਗਏ ਸਮਝੌਤੇ ਦਾ ਵੀ ਜ਼ਿਕਰ ਕੀਤਾ। धोखाधड़ी का एक बहुत ही बड़ा उदाहरण है कांग्रेस सरकारों के द्वारा की गई कर्ज माफी। कितने किसानों का कर्ज माफ हुआ? सरकार बनने के बाद क्या क्या बहाने बताए गए। ਤਾਂ ਕੁੱਲ ਮਿਲਾ ਕੇ ਸਰਕਾਰ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਦੇ ਫਾਇਦੇ ਸਮਝਾ ਰਹੀ ਹੈ ਤੇ ਵਿਰੋਧੀਆਂ ਦੀ ਸਿਆਸਤ ਤੋਂ ਬਚ ਕੇ ਰਹਿਣ ਦੀ ਅਪੀਲ ਕਰ ਰਹੀ ਹੈ ਤਾਂ ਕਿ ਕੌਮੀ ਮੁੱਦਾ ਬਣ ਰਹੇ ਕਾਨੂੰਨਾਂ ਦੇ ਮਸਲੇ ਨੂੰ ਹੱਲ ਕੀਤਾ ਜਾ ਸਕੇ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਤਾਂ ਪ੍ਰਧਾਨ ਮੰਤਰੀ ਦੇ ਵੱਲੋਂ ਜੋ ਕੁਝ ਕਿਹਾ ਗਿਆ ਉਸ ਦੇ ਉੱਤੇ ਗੱਲਬਾਤ ਹੋਣੀ ਬਹੁਤ ਜ਼ਰੂਰੀ ਹੈ। ਇਸ ਕਰਕੇ ਪ੍ਰਾਈਮ ਟਾਈਮ ਦੇ ਵਿੱਚ ਅੱਜ ਅਸੀਂ ਇਹ ਮੁੱਦਾ ਚੁਣਿਆ ਤੇ ਇਸ ਦੇ ਉੱਤੇ ਹੀ ਕਿਸਾਨਾਂ ਦਾ ਪੱਖ ਵੀ ਜਾਣਾਂਗੇ, ਬੀਜੇਪੀ ਦੇ ਨੁਮਾਇੰਦੇ ਵੀ ਸਾਡੇ ਨਾਲ ਹੋਣਗੇ ਤੇ ਗੱਲ ਕਾਂਗਰਸ ਦੇ ਨੁਮਾਇੰਦਿਆਂ ਦੇ ਨਾਲ ਵੀ ਕਰਾਂਗੇ। ਪਰ ਉਸ ਤੋਂ ਪਹਿਲਾਂ ਸਾਡਾ ਅੱਜ ਦਾ ਸਵਾਲ ਜੋ ਅਸੀਂ ਆਪਣੇ ਦਰਸ਼ਕਾਂ ਨੂੰ ਰੋਜ਼ ਪੁੱਛਦੇ ਹਾਂ, ਅੱਜ ਦਾ ਸਾਡਾ ਸਵਾਲ ਹੈ ਕਿ ਕਿਸਾਨਾਂ ਨੂੰ ਜ਼ਮੀਨ ਜਾਣ ਜਾਂ ਐਮਐਸਪੀ ਖਤਮ ਹੋਣ ਦਾ ਡਰ ਦਿਖਾਇਆ ਜਾ ਰਿਹਾ ਹੈ ਕਿ ਇਹੀ ਵਜ੍ਹਾ ਹੈ ਜੋ ਪ੍ਰਧਾਨ ਮੰਤਰੀ ਜ਼ਿਕਰ ਕਰਦੇ ਨਜ਼ਰ ਆਏ ਨੇ। ਤੁਹਾਡੀ ਰਾਏ ਬਹੁਤ ਜ਼ਰੂਰੀ ਹੈ ਇਸ ਸਮੇਂ ਇਸ ਪੂਰੇ ਮੁੱਦੇ ਉੱਤੇ। ਜ਼ਰੂਰ ਐਸਐਮਐਸ ਦੇ ਜ਼ਰੀਏ ਆਪਣੀ ਤੁਸੀਂ ਰਾਏ ਭੇਜੋ। ਸਾਡਾ ਸਵਾਲ ਹੈ ਕਿ ਕਿਸਾਨਾਂ ਨੂੰ ਜ਼ਮੀਨ ਜਾਣ ਦਾ ਜਾਂ ਐਮਐਸਪੀ ਖਤਮ ਹੋਣ ਦਾ ਡਰ ਦਿਖਾਇਆ ਜਾ ਰਿਹਾ ਹੈ। ਜੇਕਰ ਤੁਹਾਨੂੰ ਲੱਗਦਾ ਹੈ ਕਿ ਹਾਂ ਇਹ ਡਰ ਦਿਖਾਇਆ ਜਾ ਰਿਹਾ ਹੈ ਤਾਂ ਤੁਸੀਂ ਟਾਈਪ ਕਰੋ ਨਿਊਜ਼ 18 ਸਪੇਸ ਦੇ ਕੇ PHH ਸਪੇਸ ਦੇ ਕੇ Y। ਜੇਕਰ ਤੁਹਾਨੂੰ ਲੱਗਦਾ ਹੈ ਕਿ ਨਹੀਂ ਅਜਿਹਾ ਕੋਈ ਡਰ ਨਹੀਂ ਦਿਖਾਇਆ ਜਾ ਰਿਹਾ ਤਾਂ ਤੁਸੀਂ ਟਾਈਪ ਕਰੋ ਨਿਊਜ਼ 18 ਸਪੇਸ ਦੇ ਕੇ PHH ਸਪੇਸ ਦੇ ਕੇ N। ਤੁਸੀਂ ਇਸ ਨੂੰ ਭੇਜਣਾ ਹੈ 56677 ਦੇ ਉੱਤੇ 56677 ਉੱਤੇ। ਅਸੀਂ ਤੁਹਾਡੀ ਰਾਏ ਇਸ ਪ੍ਰੋਗਰਾਮ ਦੇ ਆਖਰ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ। ਤਾਂ ਇਸ ਸਮੇਂ ਬਹੁਤ ਇੰਪੋਰਟੈਂਟ ਹੈ ਕਿ ਤੁਸੀਂ ਇਸ ਸਵਾਲ ਨੂੰ ਸਮਝੋ ਤੇ ਇਸ ਦੇ ਉੱਤੇ ਆਪਣੀ ਰਾਏ ਰੱਖੋ ਕਿਉਂਕਿ ਸਰਕਾਰ ਖਾਸ ਤੌਰ ਤੇ ਪ੍ਰਧਾਨ ਮੰਤਰੀ ਕਹਿ ਰਹੇ ਨੇ ਕਿ ਕਿਸਾਨਾਂ ਨੂੰ ਇੱਕ ਡਰ ਦਿਖਾਇਆ ਜਾ ਰਿਹਾ ਹੈ ਕਿ ਉਹਨਾਂ ਦੀ ਜ਼ਮੀਨ ਚਲੀ ਜਾਏਗੀ, ਡਰ ਦਿਖਾਇਆ ਜਾ ਰਿਹਾ ਹੈ ਕਿ ਐਮਐਸਪੀ ਖਤਮ ਹੋ ਜਾਏਗੀ। ਤਾਂ ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਨਾ ਤਾਂ ਤੁਹਾਡੀ ਜ਼ਮੀਨ ਦੇ ਉੱਤੇ ਕੋਈ ਕਿੰਤੂ ਪਰੰਤੂ ਹੋਏਗਾ ਨਾ ਹੋਏਗਾ, ਇਹ ਪੂਰੇ ਲਾਜ਼ ਦੇ ਵਿੱਚ ਲਿਖਿਆ ਗਿਆ ਤੇ ਦੂਜੇ ਪਾਸੇ ਐਮਐਸਪੀ ਨੂੰ ਲੈ ਕੇ ਵੀ ਪ੍ਰਧਾਨ ਮੰਤਰੀ ਗੱਲ ਕਹਿੰਦੇ ਨਜ਼ਰ ਆ ਰਹੇ ਨੇ। ਖੈਰ ਭਰੋਸਾ ਹੈ ਲਗਾਤਾਰ ਦੇ ਰਹੀ ਹੈ ਬੀਜੇਪੀ, ਇਸ ਦਾ ਕਿਸਾਨਾਂ ਤੇ ਕਿੰਨਾ ਅਸਰ ਹੈ ਤੇ ਇਸ ਦੇ ਉੱਤੇ ਵਿਰੋਧੀ ਕੀ ਕਹਿ ਰਹੇ ਨੇ, ਸਭ ਦੇ ਨਾਲ ਗੱਲਬਾਤ ਅੱਜ ਕਰਨ ਦੀ ਕੋਸ਼ਿਸ਼ ਕਰਾਂਗੇ। ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਤੁਹਾਡਾ ਤਾਰਫ ਕਰਵਾਉਣੇ ਅੱਜ ਦੇ ਮਹਿਮਾਨਾਂ ਦੇ ਨਾਲ ਜੋ ਮਹਿਮਾਨ ਸਾਡੇ ਨਾਲ ਅੱਜ ਇਸ ਚਰਚਾ ਦੇ ਵਿੱਚ ਸ਼ਾਮਲ ਹੋਣਗੇ। ਸਾਡੇ ਨਾਲ ਹਰਮੀਤ ਸਿੰਘ ਨੇ ਜੋ ਕਿ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਨੇ। ਲਗਾਤਾਰ ਸਰਕਾਰ ਦੇ ਨਾਲ ਜਦੋਂ ਗੱਲਾਂ ਬਾਤਾਂ ਹੁੰਦੀਆਂ ਨੇ, ਚਰਚਾ ਹੁੰਦੀ ਹੈ ਤਾਂ ਹਰਮੀਤ ਜੀ ਉੱਥੇ ਮੌਜੂਦ ਰਹਿੰਦੇ ਨੇ। ਬਹੁਤ ਬਹੁਤ ਸਵਾਗਤ ਹੈ ਹਰਮੀਤ ਜੀ ਤੁਹਾਡਾ ਇਸ ਚਰਚਾ ਦੇ ਵਿੱਚ। ਸਾਡੇ ਨਾਲ ਹਰਜੀਤ ਸਿੰਘ ਗਰੇਵਾਲ ਜੀ ਜੁੜ ਰਹੇ ਨੇ, ਬੀਜੇਪੀ ਨੂੰ ਰਿਪਰੈਜ਼ੈਂਟ ਕਰਨਗੇ ਤੇ ਬਹੁਤ ਅਹਿਮ ਇਸ ਕਰਕੇ ਵੀ ਹੈ ਕਿਉਂਕਿ ਗਰੇਵਾਲ ਸਾਹਿਬ ਲਗਾਤਾਰ ਸਰਕਾਰ ਅਤੇ ਕਿਸਾਨਾਂ ਦੇ ਵਿਚਾਲੇ ਇੱਕ ਪੁਲ ਦੀ ਭੂਮਿਕਾ ਵੀ ਨਿਭਾ ਰਹੇ ਨੇ। ਗਰੇਵਾਲ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਾਡੇ ਨਾਲ ਬੂਟਾ ਸਿੰਘ ਸ਼ਾਦੀਪੁਰ ਜੀ ਜੁੜ ਰਹੇ ਨੇ ਜੋ ਭਾਰਤੀ ਕਿਸਾਨ ਮੰਚ ਦੇ ਪ੍ਰਧਾਨ ਨੇ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਵੀ। ਤੇ ਸਾਡੇ ਨਾਲ ਰਵਨੀਤ ਸਿੰਘ ਬਿੱਟੂ ਜੀ ਵੀ ਜੁੜ ਰਹੇ ਨੇ, ਮੈਂਬਰ ਪਾਰਲੀਮੈਂਟ ਨੇ ਤੇ ਇਸ ਸਮੇਂ ਜੰਤਰ ਮੰਤਰ ਤੇ ਧਰਨਾ ਜੋ ਕਰੀਬ 7 ਤਰੀਕ ਤੋਂ ਜਾਰੀ ਹੈ, 7 ਦਸੰਬਰ ਤੋਂ ਜੰਤਰ ਮੰਤਰ ਦੇ ਉੱਤੇ ਉਸ ਧਰਨੇ ਵਾਲੀ ਥਾਂ ਤੋਂ ਹੀ ਰਵਨੀਤ ਬਿੱਟੂ ਸਾਡੇ ਨਾਲ ਜੁੜ ਵੀ ਰਹੇ ਨੇ। ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਸਵਾਗਤ ਹੈ। ਬਿੱਟੂ ਜੀ ਸ਼ੁਰੂਆਤ ਤੁਹਾਡੇ ਤੋਂ ਇਸ ਪੂਰੇ ਸੈਗਮੈਂਟ ਦੀ। ਦਰਅਸਲ ਪ੍ਰਧਾਨ ਮੰਤਰੀ ਕਿਸਾਨਾਂ ਤੱਕ ਆਪਣੀ ਗੱਲ ਹੀ ਨਹੀਂ ਪਹੁੰਚਾ ਰਹੇ, ਉਹ ਖਾਸ ਤੌਰ ਤੇ ਪੰਜਾਬ ਸਰਕਾਰ ਨੂੰ ਵੀ ਕਟਹਿਰੇ 'ਚ ਖੜਾ ਕਰ ਰਹੇ ਨੇ ਤੇ ਉਹਨਾਂ ਦੇ ਪੂਰੇ ਭਾਸ਼ਣ ਦਾ ਨਿਚੋੜ ਕੱਢਿਆ ਜਾਵੇ ਤਾਂ ਉਹ ਕਹਿ ਰਹੇ ਨੇ ਕਿ ਇਸ ਦੇ ਪਿੱਛੇ ਕਾਂਗਰਸ ਹੈ, ਵਿਰੋਧੀ ਹੈ, ਕਿ ਉਹਨਾਂ ਦੇ ਵੱਲੋਂ ਇਹ ਪੂਰਾ ਜਿਹੜਾ ਅੰਦੋਲਨ ਹੈ ਉਸ ਨੂੰ ਹਵਾ ਦਿੱਤੀ ਗਈ, ਕਿਸਾਨਾਂ ਨੂੰ ਗੁੰਮਰਾਹ ਕੀਤਾ ਗਿਆ। ਦੇਖੋ ਮੇਰਾ ਪਹਿਲਾ ਸਵਾਲ ਇਹੀ, ਪ੍ਰਧਾਨ ਮੰਤਰੀ ਦੀ ਬਹੁਤ ਵੱਡੀ ਸਟੇਟਮੈਂਟ ਹੈ। ਉਹ ਕਹਿੰਦੇ ਨੇ ਕਿ ਵਿਰੋਧੀਆਂ ਨੂੰ ਪਤਾ ਹੀ ਨਹੀਂ ਕਿ ਵਿਰੋਧ ਕਿਉਂ ਹੋ ਰਿਹਾ ਹੈ, ਵਿਰੋਧੀਆਂ ਨੂੰ ਇਸ ਗੱਲ ਦਾ ਨਹੀਂ ਇਲਮ ਕਿ ਆਖਿਰ ਇਸ ਖੇਤੀ ਕਾਨੂੰਨਾਂ ਦੇ ਨਾਲ ਹੋ ਕੀ ਜਾਏਗਾ, ਬਸ ਉਹ ਕਿਸਾਨਾਂ ਨੂੰ ਗੁੰਮਰਾਹ ਕਰਕੇ ਵਿਰੋਧ ਕਰਵਾ ਰਹੇ ਨੇ, ਉਹਨਾਂ ਦੇ ਮੋਢੇ ਦੇ ਉੱਤੇ ਰੱਖ ਕੇ ਸਿਆਸੀ ਬੰਦੂਕ ਚਲਾ ਰਹੇ ਨੇ। ਬਿੱਟੂ ਜੀ ਦੇਖੋ ਪਹਿਲੀ ਗੱਲ ਅੱਜ ਦੁੱਖ ਦੀ ਗੱਲ ਇਹ ਹੋਈ ਵੀ ਅੱਜ ਵੀ ਪ੍ਰਧਾਨ ਮੰਤਰੀ ਜੀ 6 ਮਹੀਨੇ ਬਾਅਦ ਬੋਲੇ, ਉਹ ਵੀ ਸਿਆਸੀ ਪਾਰਟੀਆਂ ਨੂੰ ਸੰਬੋਧਨ ਕੀਤਾ। ਅੱਜ ਵੀ ਉਹਨਾਂ ਨੂੰ ਇਹ ਨਹੀਂ ਸਮਝ ਆਈ ਵੀ ਆ ਸੰਵਿਧਾਨ ਜਿਹੜਾ ਸੰਵਿਧਾਨ ਆ ਇਹ ਕਿਸਾਨ ਦੇ ਲਈ ਵੀ ਆ, ਹਰ ਦੇ ਲਈ। ਅਸੀਂ ਅੱਜ ਸਾਰਾ ਦਿਨ ਆ ਸਿਰ ਤੇ ਸੰਵਿਧਾਨ ਲਈ ਬੈਠੇ ਰਹੇ ਆ। ਕਾਂਗਰਸ, ਅਕਾਲੀ ਦਲ, ਬੀਜੇਪੀ, ਕਾਮਰੇਡ, ਓਪੋਜੀਸ਼ਨ, ਉਹ ਇੱਥੇ ਦਾ ਪਾਰਟੀਆਂ ਦਾ ਕੋਈ ਮਸਲਾ ਹੀ ਹੈ ਨਹੀਂ। ਹਜੇ ਵੀ ਉਹਨਾਂ ਨੂੰ ਪਤਾ ਨਹੀਂ ਲੱਗਿਆ ਵੀ ਜਿਹੜੇ ਆ
30 ਬੰਦੇ ਮਰ ਗਏ, ਸ਼ਹੀਦ ਹੋ ਗਏ, ਜਾਂ ਇੰਨੇ ਲੱਖ ਲੋਕ ਬੈਠੇ ਆ, ਇਹ ਆਪ ਕਿਸਾਨ ਨੇ। ਆ ਜਿਹੜਾ ਸੰਵਿਧਾਨ ਆ ਨਾ, ਉਹਦੇ ਵਿੱਚ ਆਪਾਂ ਨੂੰ ਸਭ ਤੋਂ ਪਹਿਲਾਂ ਇੱਕ ਗੱਲ ਨੂੰ ਸਮਝ ਲਓ। ਮੈਂ ਅੱਜ ਸਵੇਰ ਦਾ ਇਹ ਕੀ ਲਿਖਿਆ, ਵੀ ਦਾ ਪੀਪਲ ਆਫ ਇੰਡੀਆ ਹੈਵਿੰਗ solemnly resolved to constitute India to a ਕੀ ਲਿਖਿਆ, sovereign democratic republic and to secure to all its citizens। ਪਹਿਲਾ ਜਸਟਿਸ ਉਹਨਾਂ ਨੇ ਕਿਹਾ, ਸੋਸ਼ਲ ਇਕਨੋਮਿਕ ਐਂਡ ਪੋਲੀਟੀਕਲ, ਹਰ ਨੂੰ ਬਰਾਬਰਤਾ ਹੈ ਚਾਹੇ ਕੋਈ ਹੋਵੇ। ਫਿਰ ਲਿਬਰਟੀ ਕਿਹਾ ਹੈ ਵੀ ਆਫ ਥਾਟਸ, ਐਕਸਪ੍ਰੈਸ਼ਨ, ਬਿਲੀਫ, ਫੇਥ ਐਂਡ ਵਰਸ਼ਿਪ, ਕੋਈ ਵੀ ਉਹ ਕਰ ਸਕਦਾ। ਫਿਰ ਇਕੁਐਲਿਟੀ ਦੀ ਗੱਲ ਕੀਤੀ ਆ, ਆਫ ਸਟੇਟਸ ਐਂਡ ਓਪਰਚੁਨਿਟੀ ਦੇਣ ਦੀ ਗੱਲ ਕੀਤੀ ਆ। ਫਿਰ ਅਖੀਰ ਚ ਉਹਨਾਂ ਨੇ ਫੈਟਰਨਿਟੀ ਦੀ ਗੱਲ ਕੀਤੀ ਆ ਵੀ ਇੰਸ਼ੋਰਿੰਗ ਦਾ ਡਿਗਨਿਟੀ ਆਫ ਦਾ ਇੰਡੀਵਿਜੂਅਲ ਐਂਡ ਦਾ ਯੂਨਿਟੀ ਆਫ ਦਾ ਨੇਸ਼ਨ। ਇਹ ਕਨਸਟੀਟਿਊਸ਼ਨ ਸਾਨੂੰ ਤਾਕਤ ਦਿੰਦਾ ਏ। ਇਹਦੇ ਵਿੱਚ ਕਿੱਥੇ ਚਲੇਗੀ ਜਿਹੜੇ ਇੰਨੇ ਲੋਕਾਂ ਦੇ ਲਈ ਸੰਵਿਧਾਨ ਨਹੀਂਗਾ, ਜਿਹੜੇ ਇੰਨੇ ਲੋਕ ਸੜਕਾਂ ਤੇ ਬੈਠੇ ਆ ਉਹਨਾਂ ਲਈ ਕੋਈ ਸੰਵਿਧਾਨ ਨਹੀਂਗਾ। ਪੰਜਾਬ ਦੇ ਤੇ ਹਰਿਆਣੇ ਦੇ ਕਿਸਾਨਾਂ ਲਈ ਅੱਜ ਕੀ ਕੀਤਾ ਮੋਦੀ ਜੀ ਨੇ? ਸਭ ਤੋਂ ਪਹਿਲਾਂ ਗਮਰਾਹ 2000 ਰੁਪਏ ਚ ਖਰੀਦਣ ਦੀ ਗੱਲ ਕੀਤੀ ਵੀ 25 ਤਰੀਕ ਨੂੰ ਮੈਂ 2000 ਰੁਪਇਆ ਕਿਸਾਨਾਂ ਦੇ ਖਾਤੇ 'ਚ ਪਾਵਾਂਗਾ, ਤੇ ਸੰਬੋਧਨ ਵੀ ਮੱਧ ਪ੍ਰਦੇਸ਼, ਯੂਪੀ ਹੋ ਸਕਦੇ ਆ। ਅੱਜ ਕਲੀਅਰ ਨਹੀਂ ਉਹਨਾਂ ਨੇ ਪੰਜਾਬ ਦੇ ਕਿਸਾਨਾਂ ਨੂੰ ਇਹ ਕਹਿਤਾ ਵੀ ਇਹ ਤਾਂ ਵੱਡੇ ਕਿਸਾਨ, ਅਮੀਰ ਕਿਸਾਨ ਨੇ। ਉਹ ਭਾਈ ਜਦੋਂ ਸਾਰਾ ਦੇਸ਼ ਭੁੱਖਾ ਸੀ ਤਾਂ ਇਹ ਕਿਸਾਨ ਕਿਉਂ ਇਹਨਾਂ ਨੂੰ ਅੱਜ ਦੁੱਖ ਲੱਗਦਾ? ਕਿਉਂਕਿ MSP ਆ ਜਿਹੜੀ, ਉਹ ਨਾ ਮੱਧ ਪ੍ਰਦੇਸ਼ 'ਚ ਨਾ ਕਿਸੇ ਹੋਰ ਦੇਸ਼ ਦੇ ਕੋਨੇ 'ਚ, ਉਹ ਪੈਸੇ ਦੇਣੇ ਪੈਂਦੇ MSP ਦੇ ਪੰਜਾਬ ਨੂੰ, ਕਿਉਂਕਿ ਪੰਜਾਬ ਨੇ ਢਿੱਡ ਭਾਲਿਆ ਗ੍ਰੀਨ ਰੈਵੋਲੂਸ਼ਨ। ਅੱਜ ਸਿਰਫ ਉਹ ਭੱਜਣਾ ਤਾਂ ਚਾਹੁੰਦੇ ਆ ਵੀ ਜਿਹੜੇ MSP ਆ, ਮੰਡੀਆਂ 'ਚ ਪੈਸਾ ਦੇਣਾ ਪੈਂਦਾ ਜਿਹੜੀ FCI ਨੂੰ, ਉਹਨਾਂ ਨੂੰ ਤਾਂ ਦੇਣਾ ਨਹੀਂ ਪੈਂਦਾ। ਜਿਨ੍ਹਾਂ ਨੂੰ ਅੱਜ ਸੰਬੋਧਨ ਕਰ ਰਹੇ ਸੀ ਉਹਨਾਂ ਨੂੰ ਤਾਂ 2000 ਰੁਪਇਆ ਖਾਤੇ 'ਚ ਪਾ ਕੇ ਖੁਸ਼ ਕਰ ਲੈਂਦੇ ਆ। ਤੇ ਇੱਥੇ ਗੱਲ ਆ ਜਿਹੜੀ ਉਹ MSP ਦੀ ਆ। ਇੱਕ ਗੱਲ ਮੈਂ ਅਖੀਰਲੀ ਫਸਟ ਕਮੈਂਟ 'ਚ ਬੰਦ ਕਰੂੰਗਾ ਕਰਕੇ, ਜਿਹੜਾ ਬਿੱਲ ਆ ਉਹਨਾਂ ਨੇ, ਬਿੱਲ ਦੇ ਵਿੱਚ ਉਹਨਾਂ ਨੇ ਬੜੇ ਚਲਾਕੀ ਨਾਲ ਲਿਖਿਆ ਏ। ਤੁਸੀਂ ਸਮਝੋ, ਜਿਹੜਾ ਅੱਜ ਕਹਿ ਰਹੇ ਸੀ ਨਾ ਮੈਂ ਮੰਡੀਆਂ ਖਤਮ ਕਰਨੀ ਲਈ ਕਿਹਾ, ਨਹੀਂ ਕਿਹਾ, ਉਹਨਾਂ ਦੇ ਬਿੱਲ 'ਚ ਕੀ ਲਿਖਿਆ? ਪਹਿਲੀ ਗੱਲ, ਫਾਰਮਰ ਆ ਜਿਹੜਾ ਉਹ ਟ੍ਰੇਡ ਨਹੀਂ ਕਰਦਾ, ਉਹ ਮਾਰਕੀਟਿੰਗ ਕਰਦਾ। ਫਿਰ ਉਹਨਾਂ ਨੇ ਉਹ ਬਿੱਲ 'ਚ ਕੀ ਲਿਖਿਆ ਵੀ ਜਿਹੜੀ ਖਰੀਦ ਕਰੂਗਾ, ਇਹ ਬਿੱਲ ਲਾਗੂ ਹੋਣ ਤੋਂ ਬਾਅਦ ਖਰੀਦ ਕਰੂਗਾ ਪਰਸਨਸ ਐਂਡ ਐਸੋਸੀਏਸ਼ਨ। ਉਹਦੇ ਵਿੱਚ ਕਿਤੇ ਵੀ ਬੋਰਡ, ਕਾਰਪੋਰੇਸ਼ਨ ਲਫ਼ਜ਼ ਨਹੀਂ ਪਾਇਆ। ਬੋਰਡ ਮਤਲਬ ਜਿਵੇਂ ਆਪਣੇ ਮੰਡੀ ਬੋਰਡ ਕਰਦੀ ਆ ਖਰੀਦ, ਕਾਰਪੋਰੇਸ਼ਨ ਜਿਵੇਂ FCI ਕਰਦੀ ਆ ਖਰੀਦ। ਉਹ ਬਿੱਲ ਦੇ ਵਿੱਚ ਉਹਨਾਂ ਨੇ ਮੰਡੀ, ਕਾਰਪੋਰੇਸ਼ਨ ਤੇ ਬੋਰਡ ਖਤਮ ਕਰਤੇ। ਸਿਰਫ ਉਹਨਾਂ ਨੇ ਕਿਹਾ ਪਰਸਨ, ਮਤਲਬ ਅਡਾਨੀ, ਅਬਾਨੀ, ਪਰਸਨਸ ਲਾ ਲਓ, ਉਹਨਾਂ ਨਾਲ ਜਿਹੜੇ ਬਾਹਰਲੇ ਗਰੁੱਪ, WhatsApp, Google, ਉਹਨਾਂ ਨੂੰ ਉਹਨਾਂ ਨੇ ਕਿਹਾ। ਤੇ ਉਦੋਂ ਬਾਅਦ ਐਸੋਸੀਏਸ਼ਨਾਂ ਏ ਜਿਹੜੀਆਂ ਇਹ ਮਲਟੀਨੈਸ਼ਨਲ ਬਣਾਉਣਗੇ ਤੇ ਉਹ ਖਰੀਦ ਕਰਨਗੇ। ਇਸ ਗੱਲ ਤੇ ਪ੍ਰਧਾਨ ਮੰਤਰੀ ਜੀ ਸਾਡੇ ਵੀ ਨੇ, ਪਰ ਦੁੱਖ ਹੋਇਆ ਜਦ 6 ਮਹੀਨੇ ਬਾਅਦ ਬੋਲੇ, ਉਹ ਵੀ ਧਮਕੀ, ਤੇ ਦੂਜਿਆਂ ਨੂੰ 2000 ਵੀ ਮੈਂ 25 ਤਰੀਕ ਨੂੰ ਤੁਹਾਡੇ ਖਾਤਿਆਂ 'ਚ ਪਾਉਂਗਾ, ਖਰੀਦਣ ਦੀ ਗੱਲ ਕੀਤੀ ਆ। ਅਗਲੇ ਕਮੈਂਟ ਮੈਂ ਬਾਅਦ 'ਚ ਦਊਂਗਾ। ਇਹ ਬਾਕੀ ਪੈਨਲਿਸਟ ਵੀ ਜਿਹੜੇ ਬੈਠੇ ਆ ਗਰੇਵਾਲ ਜੀ ਤਾਂ ਵਿਚਾਰੇ, ਠੀਕ ਹੈ, ਲਾਜ਼ਮੀ ਤੌਰ ਤੇ ਦੇਖੋ ਮੈਂ ਇਸੇ ਕਰਕੇ ਤੁਹਾਡੇ ਤੋਂ ਸ਼ੁਰੂਆਤ ਕੀਤੀ ਹੈ ਕਿਉਂਕਿ ਪ੍ਰਧਾਨ ਮੰਤਰੀ ਬਿੱਟੂ ਜੀ ਕਹਿ ਰਹੇ ਨੇ ਕਿ ਵਿਰੋਧੀਆਂ ਨੂੰ ਪਤਾ ਨਹੀਂ। ਤੁਸੀਂ ਇੱਕ ਪੁਆਇੰਟ ਦੱਸ ਦਿੱਤਾ, ਮੈਂ ਬਾਕੀ ਪੁਆਇੰਟਾਂ ਦੇ ਉੱਤੇ ਆਵਾਂਗਾ ਇੱਕ ਇੱਕ ਕਰਕੇ। ਸਾਰੇ ਪੁਆਇੰਟ ਦੇ ਉੱਤੇ ਚਰਚਾ ਕਰਨ ਦੀ ਕੋਸ਼ਿਸ਼ ਕਰਨੀ, ਆਪਣੇ ਕੋਲ ਸਮਾਂ ਬੜਾ ਪੂਰਾ ਸਾਹਿਬ ਨੂੰ ਸਿਕਿਉਰਿਟੀ ਦਿਓ। ਇਹ ਵਿਚਾਰਾ ਇਹ ਵਿਚਾਰੇ ਪੰਜਾਬ ਭਵਨ ਉਦਮ ਦੇ ਲੁਕੇ ਬੈਠੇ, ਇਹਨਾਂ ਨੂੰ ਕੱਢੋ ਗਰੇਵਾਲ ਸਾਹਿਬ ਨੂੰ ਕਮਰਿਆਂ 'ਚੋਂ। ਚਲੋ ਕੁਝ ਹੀ ਪਲਾਂ ਦੇ ਵਿੱਚੋਂ ਅਜੇ ਸਾਡੇ ਨਾਲ ਜੁੜੇ ਨਹੀਂ ਨੇ, ਕੁਝ ਹੀ ਪਲਾਂ ਦੇ ਵਿੱਚ ਹਰਜੀਤ ਗਰੇਵਾਲ ਸਾਡੇ ਨਾਲ ਜੁੜਨਗੇ, ਉਹਨਾਂ ਦੇ ਨਾਲ ਵੀ ਤੁਹਾਡੀ ਗੱਲਬਾਤ ਕਰਵਾਵਾਂਗੇ। ਸਾਡੇ ਨਾਲ ਕਾਦੀਆਂ ਜੀ ਨੇ, ਹਰਮੀਤ ਕਾਦੀਆਂ ਜੀ। ਹਰਮੀਤ ਜੀ, ਪਹਿਲਾ ਸਵਾਲ ਤੁਹਾਡੇ ਤੋਂ ਵੀ ਇਹੀ, ਇੱਕ ਤਾਂ ਪ੍ਰਧਾਨ ਮੰਤਰੀ ਕਹਿ ਰਹੇ ਨੇ ਕਿ ਅਸੀਂ ਵਿਆਪਕ ਗੱਲਬਾਤ ਹੋਈ ਹੈ, ਚਰਚਾ ਹੋਈ ਹੈ ਇਸ ਕਾਨੂੰਨਾਂ ਨੂੰ ਬਣਾਉਣ ਤੋਂ ਪਹਿਲਾਂ, ਕਿ ਪੰਜਾਬ ਦੀ ਤੁਹਾਡੀ ਜਥੇਬੰਦੀ ਕਿਸੇ ਦੇ ਨਾਲ ਕੋਈ ਗੱਲਬਾਤ ਹੋਈ? ਪ੍ਰਧਾਨ ਮੰਤਰੀ ਕਹਿੰਦੇ ਨੇ 20-22 ਸਾਲ ਤੋਂ ਚਰਚਾ ਚੱਲ ਰਹੀ ਸੀ, ਅਸੀਂ ਅੱਜ ਆ ਕੇ ਕਰ ਦਿੱਤਾ ਤਾਂ ਹੁਣ ਵਿਰੋਧੀਆਂ ਨੇ ਸਭ ਕੁਝ ਇਹਨਾਂ ਬਵਾਲ ਖੜਾ ਕਰ ਲਿਆ, ਵਿਵਾਦ ਹੋ ਗਿਆ ਇਸ ਦੇ ਉੱਤੇ। ਜੀ ਪਹਿਲਾ ਸਵਾਲ ਤੁਹਾਡੇ ਤੋਂ ਵੀ ਇਹੀ, ਇੱਕ ਤਾਂ ਪ੍ਰਧਾਨ ਮੰਤਰੀ ਕਹਿ ਰਹੇ ਨੇ ਕਿ ਅਸੀਂ ਵਿਆਪਕ ਗੱਲਬਾਤ ਹੋਈ ਹੈ, ਚਰਚਾ ਹਰਮੀਤ ਜੀ, ਇਸ ਕਾਨੂੰਨ ਨੂੰ ਬਣਾਉਣ ਤੋਂ ਪਹਿਲਾਂ, ਕਿ ਪੰਜਾਬ ਦੀ ਤੁਹਾਡੀ ਜਥੇਬੰਦੀ ਕਿਸੇ ਦੇ ਨਾਲ ਕੋਈ ਗੱਲਬਾਤ ਹੋਈ? ਬਿਲਕੁਲ ਹੀ ਕੋਈ 20-22 ਸਾਲ ਤੋਂ ਚਰਚਾ ਚੱਲ ਰਹੀ ਸੀ, ਅਸੀਂ ਅੱਜ ਅੱਗੇ ਕਰ ਦਿੱਤਾ ਤਾਂ ਹੁਣ ਵਿਰੋਧੀਆਂ ਨੇ ਨਹੀਂ, ਬਿਲਕੁਲ ਇਹਨਾਂ ਬਵਾਲ ਖੜਾ ਕਰ ਲਿਆ। ਕਿਸੇ ਵੀ ਜਥੇਬੰਦੀ ਨਾਲ ਕੋਈ ਵੀ ਗੱਲ ਨਹੀਂ ਹੋਈ, ਨਾ ਉਹਨਾਂ ਨੇ ਕੋਈ ਗੱਲ ਰੱਖੀ ਆ, ਨਾ ਕੋਈ ਜਥੇਬੰਦੀ ਦੀ ਮੀਟਿੰਗ ਦਿਖਾ ਦੇਣ। ਕੋਈ ਮੀਟਿੰਗ ਦੇ ਪੁਆਇੰਟਸ ਹੁੰਦੇ ਆ, ਮਿੰਟਸ ਹੁੰਦੇ ਆ, ਕੋਈ ਰਿਕਾਰਡ ਕਰਦੇ ਦਿਖਾ ਦੇਣ। ਬਿਲਕੁਲ ਇਹ ਆਪਣੇ ਆਪ ਹੀ ਇਹ COVID-19 ਦੇ ਵਿੱਚ ਜਿਹੜਾ ਇਹਨਾਂ ਨੇ ਰੱਖਿਆ ਲਿਆ ਕੇ, ਉਹ ਵੀ ਤਾਂ ਰੱਖਿਆ ਵੀ GDP ਸਾਰੇ ਪਾਸੇ ਡਿੱਗੀ ਸੀ। ਸਿਰਫ ਇੱਕ ਫਾਰਮਿੰਗ ਐਗਰੀਕਲਚਰ ਹੈ ਜੀ ਬਿਜ਼ਨਸ ਸੀ ਜਿੱਥੇ GDP ਵਧੀ ਆ, ਤਾਂ ਇਹਨਾਂ ਲਾਲਚ ਕਰਕੇ ਇਹਨਾਂ ਨੇ ਇਸ ਪਾਸੇ ਨੂੰ ਆਪਣੀ ਰਖਤਾ ਤੇ ਕਾਨੂੰਨ
ਕੋਵਿਡ-19 ਦੇ 21 ਦਿਨਾਂ ਜਦੋਂ ਅਸੀਂ ਅੰਦਰ ਸੀ ਉਦੋਂ ਲਿਆ ਕੇ ਰੱਖਤਾ ਤੇ ਹੁਣ ਇਹ ਕਹਿ ਰਹੇ ਸੀ ਵੀ ਕਾਨੂੰਨ ਬਹੁਤ ਵਧੀਆ ਨੇ, ਸਾਰੇ ਹੱਕ ਦੇ ਨੇ, ਫਾਰਮਰ ਦੇ ਦੁਗਣੀ ਆਮਦਨ ਕਰ ਦੇਣਗੇ ਤੇ ਸਾਰੇ ਇਸ ਗੱਲੋਂ ਫੇਲ ਹੋ ਗਏ। ਕੋਈ 9 ਅਮੈਂਡਮੈਂਟਸ ਤਾਂ 5 ਦਿਨਾਂ 'ਚ ਮੰਨ ਚੁੱਕੇ ਆ, 18 ਅਸੀਂ ਨੁਕਸ ਦੱਸੇ ਆ ਤੇ ਜਿਹੜੀ ਵੱਡੀ ਗੱਲ ਬਿੱਟੂ ਜੀ ਨੇ ਕਿਹਾ ਇਹ ਨੌਨ ਕਨਸਟੀਟਿਊਸ਼ਨਲ ਹੈਗੀ ਆ। ਐਗਰੀਕਲਚਰ ਇਜ਼ ਦਾ ਸਟੇਟ ਸਬਜੈਕਟ, ਮਾਰਕੀਟਿੰਗ ਇਜ਼ ਆਲਸੋ ਸਟੇਟ ਸਬਜੈਕਟ। फार्मिंग करता जाके फसल बेचना, जेड़ा फूड स्टाफ आ वो मतलब ट्रेड चाहूगा असं कणक बेचते हैं तो कणक फूड स्टाफ च नहीं आती, फूड ग्रेन च आती है। झोना बेचते हैं, झोना फूड ग्रेन च आता, फूड स्टाफ चौल आता, चौल या आटे के व्यापार के अपना दखल दे सकते सेंटर, इस फसलों के बिल्कुल दखल नहीं दे सकते। मंडीकरण सिस्टम जो डिवेलप होया पंजाब के इस कारण नहीं होया सीगा जी। ठीक है हरमीत जी, मैं ਤੁਹਾਡੇ ਕੋਲ ਆ ਰਿਹਾ ਹਾਂ। ਲੱਗ ਰਿਹਾ ਤੁਹਾਡੇ ਕੋਲ ਜਾਂ ਤਾਂ ਤੁਸੀਂ ਆਪਣੇ ਫੋਨ ਦੇ ਉੱਤੇ ਨਾਲ ਦੇਖ ਰਹੇ ਹੋ ਜਾਂ ਫਿਰ ਤੁਹਾਡੇ ਉੱਤੇ ਟੀਵੀ ਕੋਈ ਔਨ ਹੈ ਤਾਂ ਉਹ ਪਲੀਜ਼ ਮਤਲਬ ਆਵਾਜ਼ ਬਹੁਤ ਲੇਟ ਤੁਹਾਡੇ ਕੋਲ ਪਹੁੰਚੇਗੀ, ਉਹ ਦਿੱਕਤ ਹੋਏਗੀ। ਦਰਸ਼ਕਾਂ ਤੱਕ ਵੀ ਤੁਹਾਡੀ ਆਵਾਜ਼ ਪਹੁੰਚਣ ਨੂੰ ਕੋਸ਼ਿਸ਼ ਕਰਨਾ ਕਿ ਸਿੱਧਾ ਤੁਸੀਂ ਗੱਲਬਾਤ ਕਰ ਸਕੋ। ਮੈਂ ਬੂਟਾ ਸਿੰਘ ਤੇ ਰੁਕ ਕਰਦਾ। ਬੂਟਾ ਸਿੰਘ ਜੀ, ਕਿ ਵਾਕਈ ਕੋਈ ਗੱਲਬਾਤ ਨਹੀਂ ਹੋਈ? ਦੇਖੋ ਪ੍ਰਧਾਨ ਮੰਤਰੀ ਭਰੋਸਾ ਦੇ ਰਹੇ ਨੇ ਕਿ ਐਮਐਸਪੀ ਨੂੰ ਲੈ ਕੇ ਚਿੰਤਾ ਕਿਉਂ ਹੈ, ਨਹੀਂ ਖਤਮ ਹੋਏਗੀ ਐਮਐਸਪੀ। ਪ੍ਰਧਾਨ ਮੰਤਰੀ ਇਹ ਵੀ ਜ਼ਿਕਰ ਕਰ ਰਹੇ ਨੇ ਕਿ ਜ਼ਮੀਨ ਖੋਏ ਜਾਣ ਦਾ ਡਰ ਦਿਖਾਇਆ ਜਾ ਰਿਹਾ ਤੁਹਾਨੂੰ। ਸਰ ਦੱਸੋ ਅੱਜ ਪ੍ਰਧਾਨ ਮੰਤਰੀ ਨੂੰ ਜਾਂ ਫਿਰ ਬੀਜੇਪੀ ਦੇ ਆਗੂਆਂ ਨੂੰ ਕਿ ਕਿੰਨਾ ਅਸੀਂ ਪੜ ਚੁੱਕੇ ਹਾਂ ਨਾ ਕਾਨੂੰਨਾਂ ਬਾਰੇ। ਬੂਟਾ ਸਿੰਘ ਜੀ, ਸਵਾਲ ਇਸ ਕਰਕੇ ਵੀ ਹੈ ਤੁਹਾਡੇ ਤੋਂ ਕਿ ਵਾਕਈ ਹੀ ਇਹ ਵਿਰੋਧੀਆਂ ਦੇ ਗੱਲਾਂ ਦੇ ਵਿੱਚ ਕਿਸਾਨ ਆ ਗਏ। ਗੌਰਵ ਜੀ ਇਹ ਇੱਕ ਭੁਲੇਖੇ ਵਿੱਚ ਨੇ। ਇਹਨਾਂ ਨੇ ਤੇ ਪਾਰਲੀਮੈਂਟ 'ਚ ਪੇਸ਼ ਕੀਤਾ, ਉੱਥੇ ਠੀਕ ਹੈ ਇਹਨਾਂ ਕੋਲ ਬਹੁਤ ਸੰਮਤੀ ਸੀ। ਇਹਨਾਂ ਨੇ ਰਾਜ ਸਭਾ ਦੇ ਵਿੱਚ ਜ਼ਬਰਦਸਤੀ ਇਹ ਪਾਸ ਕੀਤਾ। ਜਿਹੜੀ ਗੱਲ ਕਿਸੇ ਜਥੇਬੰਦੀਆਂ ਵਾਲੀ ਗੱਲ ਕਰਦੇ ਨੇ, ਕਿਸੇ ਨਾਲ ਇਹਨਾਂ ਨੇ ਗੱਲ ਕੀਤੀ ਹੋਈ ਨਹੀਂ। ਇਹਨਾਂ ਦੇ ਕੋਵਿਡ ਦਾ ਸਹਾਰਾ ਲੈ ਕੇ ਵੀ ਲੋਕ ਬਾਹਰ ਨਹੀਂ ਨਿਕਲਣਗੇ, ਰੌਲਾ ਨਹੀਂ ਪਊਗਾ, ਇਕੱਠ ਨਹੀਂ ਹੋਣਗੇ। ਇਹਨਾਂ ਨੇ ਕੋਵਿਡ ਦਾ ਸਹਾਰਾ ਲੈ ਕੇ ਹੀ ਇਹ ਬਿੱਲ ਲਿਆਂਦੇ ਨੇ। ਅਡਾਨੀ ਤੇ ਅਬਾਨੀ ਨੂੰ ਖੁਸ਼ ਕਰਨ ਵਾਸਤੇ ਸਾਰੀ ਦੁਨੀਆ ਦਾ ਕਤਲ ਕਰਨ ਦਾ ਇਹਨਾਂ ਨੇ ਪ੍ਰੋਗਰਾਮ ਬਣਾ ਲਿਆ, ਮਾਰਨ ਦਾ ਪ੍ਰੋਗਰਾਮ ਬਣਾ ਲਿਆ ਇਸ ਕਾਨੂੰਨ ਦੇ ਨਾਲ। ਦੂਜੀ ਗੱਲ ਮੈਂ ਕਰਨੀ ਚਾਹੁੰਦਾ, ਜੋ ਕਹਿੰਦੇ ਨੇ ਮੋਦੀ ਸਾਹਿਬ ਵੀ ਇਹਨਾਂ ਨੂੰ ਰਾਜਸੀ ਪਾਰਟੀਆਂ ਦਾ ਸਹਾਰਾ ਹੈ ਜਾਂ ਰਾਜਸੀ ਪਾਰਟੀਆਂ ਨੇ ਅੱਗੇ ਲਾਇਆ ਹੈ। ਅਸੀਂ ਇਹਨਾਂ ਨੂੰ ਪੁੱਛਣਾ ਚਾਹੁੰਦੇ ਹਾਂ ਕਿ 2 ਮਹੀਨੇ ਅਸੀਂ ਪੰਜਾਬ 'ਚ ਬੈਠੇ ਰਹੇ ਹਾਂ, ਅੱਜ 20-22 ਦਿਨ ਸਾਨੂੰ ਇੱਥੇ ਦਿੱਲੀ ਬੈਠਿਆਂ ਨੂੰ ਹੋ ਗਏ ਨੇ ਬਾਰਡਰਾਂ ਤੇ। ਇੱਕ ਵੀ ਰਾਜਸੀ ਬੰਦਾ ਸਾਡੀ ਸਟੇਜ ਤੱਕ ਪਹੁੰਚਿਆ ਹੋਵੇ, ਕੋਈ ਸਾਡੇ ਕੋਲ ਆਇਆ ਹੋਵੇ, ਅਸੀਂ ਸਟੇਜ ਤੋਂ ਬੁਲਾਇਆ ਹੋਵੇ, ਅਸੀਂ ਉਹਦੇ 'ਚ ਗੁਨਾਹਗਾਰ ਹੋ ਸਕਦੇ ਆ ਵੀ ਰਾਜਸੀ ਲੋਕ ਸਾਨੂੰ ਸਪੋਰਟ ਕਰ ਰਹੇ ਨੇ। ਤੇ ਬੂਟਾ ਸਿੰਘ ਜੀ, ਮੈਂ ਚਰਚਾ ਨੂੰ ਅੱਗੇ ਵਧਾਵਾਂ। ਮੈਂ ਤੁਹਾਡੇ ਤੋਂ ਇੱਕ ਚੀਜ਼ ਸਮਝਣੀ ਚਾਹੁੰਦਾ, ਮੈਂ ਤੁਹਾਡੇ ਤੋਂ ਇੱਕ ਚੀਜ਼ ਸਮਝਣੀ ਚਾਹੁੰਦਾ। ਜਿਹੜੀਆਂ ਗੱਲਾਂ ਕਰਦੇ ਨੇ, ਸਰਕਾਰ ਦੇ ਨਾਲ ਹੁਣ ਰੇੜਕਾ ਕਿੱਥੇ ਫਸਿਆ ਹੋਇਆ? ਹੁਣ ਕਿਹੜੇ ਪੁਆਇੰਟ ਦੇ ਉੱਤੇ ਰੇੜਕਾ ਹੈ? ਹੁਣ ਕਿਹੜੇ ਪੁਆਇੰਟ ਦੇ ਉੱਤੇ ਰੇੜਕਾ ਹੈ? ਪ੍ਰਧਾਨ ਮੰਤਰੀ ਲਗਾਤਾਰ ਭਰੋਸਾ ਦੇ ਰਹੇ ਆ, ਹੁਣ ਪੁਆਇੰਟ ਕਿਹੜੇ ਪੁਆਇੰਟ ਦੇ ਉੱਤੇ ਰੇੜਕਾ? ਮੇਰੀ ਗੱਲ ਸੁਣੋ ਜੀ ਗੌਰਵ ਜੀ, ਅਸੀਂ ਇਹਨਾਂ ਨੂੰ ਕਿਹਾ ਹੈ ਵੀ ਇਹ ਕਾਨੂੰਨ ਰੱਦ ਕਰੋ। ਇਹ ਕਾਨੂੰਨ ਜਿਹੜੇ ਨੇ ਕਿਸਾਨ ਮਾਰੂ ਨੇ, ਕਿਸਾਨ ਮਰੂਗਾ, ਸਾਰਾ ਦੇਸ਼ ਮਰੂਗਾ। ਇਹ ਕਾਨੂੰਨ ਆਪਾਂ ਨੂੰ ਨਹੀਂ ਚਾਹੀਦੇ। ਜੇਕਰ ਉਹ ਇੱਕੋ ਗੱਲ ਕਰਦੇ ਨੇ ਕਿ ਕਿਸਾਨਾਂ ਦੇ ਫਾਇਦੇ ਵਾਸਤੇ ਕਾਨੂੰਨ ਬਣਾਏ ਗਏ ਨੇ, ਸਾਰਾ ਦੇਸ਼ ਦਾ ਕਿਸਾਨ ਜਿਹੜਾ ਦਿੱਲੀ ਨੂੰ ਦਿਵਾਲਿਓਂ ਘੇਰ ਕੇ ਬੈਠਾ ਹੈ, ਕਿਸਾਨ ਇਹ ਗੱਲ ਕਹਿ ਰਿਹਾ ਕਿ ਸਾਨੂੰ ਇਹ ਕਾਨੂੰਨ ਨਹੀਂ ਚਾਹੀਦੇ, ਸਾਨੂੰ ਇਹ ਨਹੀਂ ਚਾਹੀਦੇ। ਜ਼ਬਰਦਸਤੀ ਕਿਉਂ ਲਾਗੂ ਕਰਨਾ ਚਾਹੁੰਦੇ ਨੇ? ਇਹਨਾਂ ਨੂੰ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਵੀ ਜ਼ਬਰਦਸਤੀ ਕਿਉਂ ਲਾਗੂ ਕਰਦੇ ਹੋ ਜਦੋਂ ਸਾਨੂੰ ਕਿਸਾਨਾਂ ਵਾਸਤੇ ਬਣਾਏ? ਕਿਸਾਨ ਇਹਨੂੰ ਮੰਨਦੇ ਨਹੀਂ, ਤੁਸੀਂ ਇਹ ਕੈਂਸਲ ਕਰ ਦਿਓ, ਦੁਬਾਰੇ ਹੋਰ ਬਣਾ ਲਓ, ਸਾਰੇ ਵਰਗਾਂ ਦੇ ਲੋਕਾਂ ਨੂੰ ਨਾਲ ਲਵੋ ਤੇ ਉਹ ਕਾਨੂੰਨ ਬਣਾਓ ਜਿਹਦਾ ਸਾਰੇ ਵਰਗਾਂ ਦਾ ਭਲਾ ਹੁੰਦਾ ਹੋਵੇ, ਸਾਰੇ ਵਰਗਾਂ ਦਾ ਭਲਾ ਕਰਦੇ। ਹੁਣ ਐਮਐਸਪੀ ਦੀ ਇਹ ਗੱਲ ਕਰਦੇ ਨੇ, ਨਹੀਂ ਜਾਊਗੀ। ਐਮਐਸਪੀ 23 ਫਸਲਾਂ ਦੇ ਉੱਤੇ ਹੈ, ਝੋਨਾ ਤੇ ਇਹ ਕਣਕ ਖਰੀਦੀ ਜਾਂਦੀ ਹੈ। ਤੇ ਤੁਸੀਂ ਮੱਕੇ ਦੀ ਗੱਲ ਕਰ ਲਓ, ਮੱਕੇ ਤੇ 1850 ਰੁਪਈਆ ਐਮਐਸਪੀ ਹੈ, 1000 ਤੋਂ ਉੱਪਰ ਨਹੀਂ ਮੱਕਾ ਵੀ ਗਿਆ, ਰੁਲ ਗਿਆ ਉਹ ਤਾਂ ਜ਼ਿਮੀਦਾਰ ਉਹਨੇ ਮਾਰ ਕੇ ਰੱਖਤਾ। ਇਹ ਲੱਤ ਕਢਾਉਣਾ ਚਾਹੁੰਦੇ ਨੇ ਵਿੱਚੋਂ ਸਰਕਾਰ ਵੀ ਸਾਨੂੰ ਪੈਸੇ ਨਾ ਦੇਣੇ ਪੈਣ, ਇਸ ਕਰਕੇ ਇਹ ਆਪਣੀ ਲੱਤ ਕਢਾ ਕੇ ਅਡਾਨੀ ਤੇ ਅਬਾਨੀ ਹੋਰਾਂ ਨੂੰ ਅੱਗੇ ਲਾਣਾ ਚਾਹੁੰਦੇ ਨੇ, ਉਹਨਾਂ ਨੂੰ ਦੇਣਾ ਚਾਹੁੰਦੇ ਨੇ, ਸਾਰਾ ਦੇਸ਼ ਵੇਚਣਾ ਚਾਹੁੰਦੇ ਨੇ। ਇਸ ਕਰਕੇ ਅਸੀਂ ਇਹਨਾਂ ਨੂੰ ਅਪੀਲ ਕਰਦੇ ਹਾਂ ਕਿ ਇਸ ਚੱਕਰ 'ਚ ਨਾ ਪਵੋ। ਤੁਹਾਨੂੰ ਜਿਹੜੇ ਲੋਕਾਂ ਨੇ ਇਹ ਸੀਟ ਤੇ ਪਾਇਆ ਹੈ, ਠੀਕ ਹੈ, ਮਤਲਬ ਤੁਸੀਂ ਆਪਣੇ ਪੁਆਇੰਟ ਦੇ ਉੱਤੇ ਬਰਕਰਾਰ ਹੋ, ਤੁਸੀਂ ਆਪਣੇ ਪੁਆਇੰਟ ਦੇ ਸਟੈਂਡ ਦੇ ਉੱਤੇ ਕਾਇਮ ਹੋ ਕਿ ਕਾਨੂੰਨ ਰੱਦ ਕੀਤੇ ਜਾਣ। ਪ੍ਰਧਾਨ ਮੰਤਰੀ ਸਾਡਾ ਮੈਂ ਬੂਟਾ ਜੀ ਤੁਹਾਡੇ ਕੋਲ ਵਾਪਸ ਆਵਾਂਗਾ। ਮੈਂ ਬਿੱਟੂ ਜੀ ਦਾ ਇੱਕ ਰਿਐਕਸ਼ਨ ਲੈ ਲਾਂ, ਉਸ ਤੋਂ ਬਾਅਦ ਮੈਂ ਬ੍ਰੇਕ ਵੀ ਲੈਣੀ ਹੈ। ਬਿੱਟੂ ਜੀ ਦੇਖੋ, ਕਾਂਗਰਸ ਦੇ ਉੱਤੇ ਪ੍ਰਧਾਨ ਮੰਤਰੀ ਨੇ ਇੱਕ ਹੋਰ ਇਲਜ਼ਾਮ ਲਗਾਇਆ। ਪ੍ਰਧਾਨ ਮੰਤਰੀ ਨੇ ਕਹਿ ਦਿੱਤਾ ਕਿ ਅਸੀਂ ਤਾਂ ਉਹੀ ਕਾਨੂੰਨ ਲੈ ਕੇ ਆਏ ਹਾਂ ਜਿਹੜਾ ਮੈਨੀਫੈਸਟੋ ਦੇ ਵਿੱਚ ਕਾਂਗਰਸ ਨੇ ਲਿਖਿਆ ਸੀ। ਹੁਣ ਅਸੀਂ ਕਾਨੂੰਨ ਲੈ ਆਏ, ਕਿਸਾਨਾਂ ਨੇ ਵਿਰੋਧ ਕਰਤਾ ਜਾਂ ਉਹਨਾਂ ਨੂੰ ਤੁਸੀਂ ਗੁੰਮਰਾਹ ਕਰਤਾ,
ਤਾਂ ਹੁਣ ਕਾਂਗਰਸ ਸਾਡੇ ਖਿਲਾਫ ਆ ਕੇ ਖੜੀ ਹੋਗੀ ਕਿ ਇਹ ਤਾਂ ਤੁਸੀਂ ਆਪਣੇ ਮੈਨੀਫੈਸਟੋ 'ਚ ਲੈ ਕੇ ਆਏ ਸੀ। ਬੀਜੇਪੀ ਇਹ ਵੀ ਦਾਅਵਾ ਕਰਦੀ ਹੈ ਕਿ ਜਿਹੜੀ ਕਮੇਟੀ ਬਣਾਈ ਗਈ ਸੀ ਉਸ ਦੇ ਵਿੱਚ ਪੰਜਾਬ ਸਰਕਾਰ ਦੇ ਨੁਮਾਇੰਦੇ ਵੀ ਸੀ, ਉੱਥੇ ਸਾਈਨ ਵੀ ਕੀਤੇ ਆ ਤੁਸੀਂ। ਗੌਰਵ ਜੀ ਅੱਜ ਮੈਂ ਤੁਹਾਨੂੰ ਇਹ ਗੱਲ ਵੀ ਕਲੀਅਰ ਕਰ ਦਿੰਦਾ, ਇੱਕ ਹੋਰ ਜਿਹੜੀ ਹਜੇ ਕਰਦੇ ਨਹੀਂ ਤੁਸੀਂ। ਇਹ ਜਦੋਂ ਮਨਮੋਹਨ ਸਿੰਘ ਜੀ ਦੀ ਯੂਪੀਏ ਸਰਕਾਰ ਸੀ, ਜਦੋਂ ਮੈਂ 2009 ਚ ਐਮਪੀ ਬਣਿਆ ਪਹਿਲੀ ਵਾਰ, ਇਹ ਥੋੜਾ ਬਹੁਤਾ ਇਹੋ ਜਿਹਾ ਹੀ ਬਿੱਲ ਨਾ ਕਾਂਗਰਸ ਪਾਰਟੀ ਉੱਥੇ ਲੈ ਕੇ ਆਈ ਸੀ। ਹਰ ਨੂੰ ਅਧਿਕਾਰ ਆ, ਬਿੱਲ ਆ ਸਕਦੇ ਆ। ਜਦੋਂ ਬਿੱਲ ਆਇਆ, ਆਪੋਜੀਸ਼ਨ ਸੁਸ਼ਮਾ ਸਵਰਾਜ ਆਪੋਜੀਸ਼ਨ ਲੀਡਰ ਸੀ, ਯਸ਼ਵੰਤ ਸਿੰਘ ਬੋਲੇ ਉੱਥੇ ਆਪੋਜੀਸ਼ਨ ਦਾ ਕਿਉਂਕਿ ਬਹੁਤ ਵੱਡਾ ਰੋਲ ਹੁੰਦਾ। ਉਹਨਾਂ ਨੇ ਜਦੋਂ ਗਲਤੀਆਂ ਗਣਾਈਆਂ ਵੀ ਆ ਬਿੱਲ 'ਚ, ਜਦੀ ਮਨਮੋਹਨ ਸਿੰਘ ਦੇ ਐਗਰੀਕਲਚਰ ਮਿਨਿਸਟਰ ਪਵਾਰ ਸਾਹਿਬ ਨੇ ਉਹ ਬਿੱਲ ਜਦੀ ਰੱਡੀ ਦੀ ਟੋਕਰੀ 'ਚ ਮਾਰਿਆ ਵੀ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ, ਇਹ ਬਿੱਲ 'ਚ ਗਲਤੀਆਂ ਨੂੰ ਵਾਪਸ ਕਰੋ। ਇਹ ਮੈਂ ਕਾਂਗਰਸ ਦੀ ਯੂਪੀਏ ਸਰਕਾਰ ਦੀ ਗੱਲ ਕਰਦਾ। ਦੂਜੀ ਗੱਲ, ਬਿਲਕੁਲ ਡਰਨ ਦੀ ਲੋੜ ਨਹੀਂ। ਕਿਹੜੀ ਇਹ ਰੋਜ਼ ਧਮਕੀਆਂ ਦਿੰਦੇ ਆ ਕਾਂਗਰਸ ਦਾ, ਦੂਜੇ ਦਾ, ਯਾਰ ਸਾਰੇ ਹੀ ਹਰੇਕ ਆਦਮੀ ਵੋਟ ਪਾਉਂਦਾ, ਸਾਰੀਆਂ ਪਾਰਟੀਆਂ ਦਾ ਬੀਜੇਪੀ ਤੋਂ ਬਗੈਰ ਛੱਡ ਕੇ। ਕਿੰਨਾ ਚਿਰ ਤੁਸੀਂ ਇਹ ਕਹਿੰਦੇ ਰਹੋਗੇ, ਡਰਾਉਂਦੇ ਰਹੋਗੇ, ਇਹ ਸੰਤ ਆ ਗਿਆ ਜੀ, ਇਹਦੇ ਵਿੱਚ ਕਾਂਗਰਸ ਪਾਰਟੀ ਆ ਗਈ ਜੀ, ਦੂਜੀ ਆ ਗਈ, ਹੈਗੇ ਆ ਫਿਰ ਤੁਸੀਂ ਕਿੰਨਾ ਚਿਰ ਕੀ ਗੱਲ ਕਰੋਗੇ? ਅਸੀਂ ਗਲਤ ਗੱਲ ਤੇ, ਅਸੀਂ ਤੁਹਾਡੇ ਵਾਂਗੂ 2G ਝੂਠ ਤੇ, ਕੋਲ ਮਾਈਨ ਤੇ ਝੂਠ ਤੇ ਲੜ ਰਹੇ ਹਾਂ। ਅਸੀਂ ਕਿਸਾਨਾਂ ਲਈ ਜੇ ਕਾਂਗਰਸ ਬੋਲ ਰਹੀ ਆ ਤੇ ਫਿਰ ਕਿਹੜੀ ਗਲਤ ਬੋਲ ਰਹੀ ਆ? ਪਰ ਮੈਂ ਤੁਹਾਨੂੰ ਬਾਰ-ਬਾਰ ਕਹਿਣਾ ਵੀ ਪਿਓਰ ਕਿਸਾਨ ਬੈਠਾ, ਤੁਸੀਂ ਇਹ ਗੱਲ ਕਹਿ ਕੇ ਜਿੰਨਾ ਚਿਰ ਮਰਜ਼ੀ ਗੁੰਮਰਾਹ ਹੋਈ ਜਾਓ, ਤੁਸੀਂ ਚਾਹੇ ਇਹ ਨਾਲ ਜਿੰਨਾ ਮਰਜ਼ੀਆਂ ਖੁਸ਼ੀਆਂ ਮਨਾਈ ਜਾਓ, ਪਰ ਇਹ ਕਿਸਾਨ ਆ। ਇਹਦਾ ਮਤਲਬ ਇਹ ਆ ਵੀ ਮੋਦੀ ਸਰਕਾਰ ਗਰਾਊਂਡ ਤੋਂ ਕੋਹਾਂ ਦੂਰ ਆ। ਉਹਨੂੰ ਆਪਣੇ ਸ਼ੀਸ਼ੇ ਦੇ ਘਰਾਂ 'ਚ ਬਹਿ ਕੇ ਪਤਾ ਹੀ ਨਹੀਂ ਵੀ ਹੋ ਕੀ ਰਿਹਾ ਏ। ਪੰਜਾਬ ਦੇ ਲੀਡਰ ਤਾਂ ਦੱਸ ਦੇਣ ਵੀ ਕੌਣ ਬੈਠੇ ਆ, ਹਰਿਆਣੇ ਦੇ ਤਾਂ ਦੱਸ ਦੇਣ। ਇਸ ਪਹਿਲਾਂ ਕਹਿੰਦੇ ਸੀ ਕੈਪਟਨ ਅਮਰਿੰਦਰ ਸਿੰਘ ਨੇ ਬਿਠਾਇਆ, ਹੁਣ ਤਾਂ ਹਰਿਆਣੇ 'ਚ ਬੈਠੇ ਆ। ਹਰਿਆਣੇ ਵਾਲਿਆਂ ਨੂੰ ਪੁੱਛ ਲੈਣ ਵੀ ਕੌਣ ਬੈਠੇ ਆ, ਖੱਟਰ ਕਹਿ ਕੇ ਦਿਖਾਵੇ ਤਾਂ ਉਹਨਾਂ ਨੂੰ ਭੇਜ ਦੇਵੇ ਘਰੇ। ਇਸ ਕਰਕੇ ਨਾ ਇਹੋ ਜਿਹੀਆਂ ਗੱਲਾਂ ਕਰੋ। ਜਿੰਨਾ ਚਿਰ ਤੁਸੀਂ ਇਹੋ ਜਿਹੀਆਂ ਗੱਲਾਂ ਕਰਦੇ ਰਹੋਗੇ, ਮੋਦੀ ਸਾਹਿਬ ਤੋਂ ਆਸ ਨਹੀਂ ਸੀ। ਅੱਜ ਮੋਦੀ ਸਾਹਿਬ ਨੇ ਵੀ ਕਾਂਗਰਸ ਨੇ ਜਦੋਂ ਬਿੱਲ ਲਿਆਉਣ ਦੀ ਮਾੜੀ ਜੀ ਵੀ ਕੋਸ਼ਿਸ਼ ਕੀਤੀ ਸੀ, ਜਦੀ ਬਿੱਲ ਵਾਪਸ ਲਿਆ ਸੀ ਕਿਉਂਕਿ ਉਹ ਲੋਕਾਂ ਦੀ ਸਰਕਾਰ ਸੀ। ਅੱਜ ਤਾਂ ਇਹ ਅਡਾਨੀ ਬਾਨੀ ਦੀ ਸਰਕਾਰ ਆ, ਕਿਉਂਕਿ ਅਡਾਨੀ ਬਾਨੀ ਉਦੋਂ ਵੀ ਕੋਸ਼ਿਸ਼ ਕਰਦੇ ਸੀ, ਪਰ ਅੱਜ ਉਹਨਾਂ ਦੀ ਗੱਲ ਤੇ ਕਹੇ ਤੇ ਮੋਦੀ ਜੀ ਨੇ ਫੁੱਲ ਚੜਾਏ ਆ। ਲੈ ਲੈਣ, ਸਾਨੂੰ ਕੋਈ ਫਰਕ ਨਹੀਂ। ਜੈ ਜਵਾਨ ਜੈ ਕਿਸਾਨ ਬਾਰਡਰਾਂ ਤੋਂ ਵੀ ਛੱਡ ਕੇ ਆ ਜਾਣਗੇ। ਇਹ ਕਿਸਾਨਾਂ ਦੇ ਪੁੱਤ ਬੈਠੇ ਆ ਜਿਹੜੇ ਬਾਰਡਰ ਤੇ ਰਾਖੀ ਕਰਦੇ ਚਾਈਨਾ ਤੇ, ਜਿਨ੍ਹਾਂ ਨਾਲ ਤੁਸੀਂ ਨਵਾਂ ਸਾਲ ਮਨਾਉਣ ਜਾਂਦੇ ਹੋ। ਪ੍ਰਧਾਨ ਮੰਤਰੀ ਅੱਜ ਆਪਣੇ ਸੰਬੋਧਨ 'ਚ ਇਹ ਵੀ ਕਹਿੰਦੇ ਨਜ਼ਰ ਆਏ ਕਿ ਮੈਨੂੰ ਕ੍ਰੈਡਿਟ ਨਹੀਂ ਚਾਹੀਦਾ। ਉਹ ਕਹਿੰਦੇ ਮੈਨੂੰ ਕ੍ਰੈਡਿਟ ਨਹੀਂ ਚਾਹੀਦਾ। ਮੈਂ ਇਸ ਪੁਆਇੰਟ ਦੇ ਉੱਤੇ ਆਵਾਂਗਾ। ਦੇਖੋ, ਪੰਜਾਬ ਸਰਕਾਰ ਦੀ ਕਰਜ਼ ਮਾਫੀ ਸਕੀਮ ਦਾ ਵੀ ਉਹਨਾਂ ਨੇ ਜ਼ਿਕਰ ਕਰਤਾ ਮੱਧ ਪ੍ਰਦੇਸ਼ ਦੇ ਵਿੱਚ। ਆਪਾਂ ਉਸ ਦੇ ਉੱਤੇ ਵੀ ਗੱਲਬਾਤ ਕਰਾਂਗੇ। ਧੋਖਾਧੜੀ ਦੱਸਦੇ ਨੇ ਪ੍ਰਧਾਨ ਮੰਤਰੀ ਕਰਜ਼ ਮਾਫੀ ਸਕੀਮ ਨੂੰ ਕਿ ਜਿਹੜਾ ਕਰਜ਼ ਮਾਫ ਕਿਸਾਨਾਂ ਦਾ ਕੀਤਾ ਗਿਆ ਹੈ। ਇਸ ਦੇ ਉੱਤੇ ਵੀ ਗੱਲਬਾਤ ਕਰਾਂਗੇ। ਛੋਟੇ ਜਿਹੇ ਬ੍ਰੇਕ ਲਈ ਰੁਕ ਰਹੇ ਹਾਂ। ਬ੍ਰੇਕ ਤੋਂ ਬਾਅਦ ਉਮੀਦ ਹੈ ਕਿ ਸਾਡੇ ਨਾਲ ਹਰਜੀਤ ਗਰੇਵਾਲ ਵੀ, ਬੀਜੇਪੀ ਦੇ ਸਪੋਕਸਪਰਸਨ ਵੀ ਸਾਡੇ ਨਾਲ ਹੋਣਗੇ। ਛੋਟਾ ਜਿਹਾ ਬ੍ਰੇਕ।